ਕਹਿੰਦੇ ਜਿਹਨੂੰ ਸਮੇਂ ਦੀ ਸਮਝ ਨਹੀਂ ਉਹਨੂੰ ਪ੍ਰਮਾਤਮਾ ਦੀ ਸਮਝ ਨਹੀਂ ਹੋ ਸਕਦੀ। ਜਿਹਨੂੰ ਵਕਤ ਦਾ ਬੋਧ ਨਹੀਂ ਉਹਨੂੰ ਪ੍ਰਮਾਤਮਾ ਦਾ ਗਿਆਨ ਨਹੀਂ ਹੋ ਸਕਦਾ। ਕਿਧਰੇ ਬਹੁਤ ਛੋਟੀ ਖੇਡ ਨਾ ਸਮਝ ਲੈਣਾ ਪ੍ਰਮਾਤਮਾ। ਬਦਕਿਸਮਤੀ ਹੈ ਇਸ ਕੌਮ ਦੀ, ਇਸ ਦਾ ਗੁਰੂ ਗਿਆਨ, ਇਸ ਦਾ ਪ੍ਰਮਾਤਮਾ ਗਿਆਨ, ਇਸ ਦਾ ਇਸ਼ਟ ਗਿਆਨ, ਇਹ ਗਿਆਨ ਦੇ ਸਰੂਪ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦਾ ਹੈ, ਪਰ ਧਾਰਮਿਕ ਤੌਰ ਤੇ ਗਿਆਨ ਦੇ ਪੱਖੋਂ ਗੁਸਤਾਖੀ ਮਾਫ ਕਰ ਦੇਣਾ, ਇਹ ਕੌਮ ਪਛੜੀ ਹੋਈ ਹੈ ਗਿਆਨ ਦੇ ਪੱਖੋਂ। ਕਿਉਂਕਿ ਕੋਈ ਕੌਮ ਚਰਚ ਦੇ ਵਿੱਚ, ਮੰਦਰ ਦੇ ਵਿੱਚ, ਬੌਧ ਮੱਠਾਂ ਦੇ ਵਿੱਚ ਨਹੀਂ ਲੜਦੀ, ਸਿਰਫ ਸਿੱਖੀ ਗੁਰਦੁਆਰਿਆਂ 'ਚ ਲੜਦੇ ਨੇ, ਔਰ ਕੋਈ ਵੀ ਨਹੀਂ ਲੜਦੀ। ਸਿਰਫ ਸਿੱਖੀ ਧਾਰਮਿਕ ਅਸਥਾਨਾਂ ਤੇ ਲੜਦੇ ਨੇ, ਔਰ ਖੂਬ ਲੜਦੇ ਨੇ, ਰੱਜ ਕੇ ਲੜਦੇ ਨੇ। ਇਸ ਦਾ ਮਤਲਬ ਧਰਮ ਦਾ ਕੱਖ ਪਤਾ ਨਹੀਂ, ਕੁਛ ਵੀ ਬੋਧ ਨਹੀਂ, ਕੁਛ ਵੀ ਪਤਾ ਨਹੀਂ। ਹੋਵੇਗਾ ਪਤਾ ਬਾਕੀ ਬਹੁਤ ਕੁਛ, ਕਮ ਸੇ ਕਮ ਧਰਮ ਦਾ ਤੇ ਪਤਾ ਨਹੀਂ। ਸਮੇਂ ਦਾ ਬੋਧ ਪਰਮਾਤਮਾ ਦਾ ਬੋਲ ਹੈ। ਕਾਲ ਚਿੰਤਨ ਹੀ ਅਕਾਲ ਦਾ ਚਿੰਤਨ ਬਣ ਜਾਂਦਾ। ਕਾਲ ਦੀ ਸਮਝ ਨਹੀਂ, ਸਮੇਂ ਦੀ ਸਮਝ ਨਹੀਂ, ਵਕਤ ਦਾ ਹੀ ਬੋਧ ਕੋਈ ਨਹੀਂ, ਤਾਂ ਪਰਮਾਤਮਾ ਦਾ ਕਿੱਥੋਂ, ਈਸ਼ਵਰ ਦਾ ਕਿੱਥੋਂ? ਲੜਦੇ ਹੋਣਗੇ ਮੁਸਲਮਾਨ, ਖੂਬ ਲੜਦੇ ਨੇ, ਪਰ ਮਸਜਿਦਾਂ 'ਚ ਨਹੀਂ ਲੜਦੇ। ਲੜਦੇ ਨੇ ਹਿੰਦੂ, ਔਰ ਖੂਬ ਲੜਦੇ ਨੇ ਹਿੰਦੂ, ਮੰਦਰਾਂ 'ਚ ਨਹੀਂ ਲੜਦੇ। ਲੜਦੇ ਨੇ ਈਸਾਈ ਵੀ, ਰੱਜ ਕੇ ਲੜਦੇ ਨੇ, ਬੜਾ ਲੜੇ ਨੇ। ਚਰਚ ਦੇ 'ਚ ਨਹੀਂ ਲੜਦੇ। ਚਰਚ ਦੇ 'ਚ ਲੜਨ ਵਾਲੇ, ਮੰਦਰ ਦੇ 'ਚ ਲੜਨ ਵਾਲੇ, ਧਰਮ ਸਥਰ ਦੇ 'ਚ ਲੜਨ ਵਾਲੇ ਇੱਕੋ ਹੀ ਕੌਮ ਹੈ, ਸਿੱਖ ਕੌਮ। ਬੜੀ ਭਿਅੰਕਰ ਰੂਪ ਵਿੱਚ ਲੜਾਈ, ਗੋਲੀਆਂ ਤੱਕ ਚੱਲ ਜਾਂਦੀਆਂ, ਪੱਗਾਂ ਤੱਕ ਲੈ ਜਾਂਦੀਆਂ। ਜਿਸ ਨੂੰ ਗੁਰੂ ਕੀ ਮੋਹਰ ਕਹਿੰਦੇ ਨੇ, ਦਾੜਾ, ਇਸ ਨੂੰ ਹੱਥ ਪੈ ਜਾਂਦੇ ਨੇ। ਜਿਸ ਨੂੰ ਗੁਰੂ ਦੀ ਮੋਹਰ ਕਹਿੰਦੇ ਨੇ, ਜੂੜਾ, ਇੱਕ ਦੂਜੇ ਦੇ ਪੁੱਟਦੇ ਨੇ। ਫਿਰ ਕਾਹਦੀ ਗੁਰੂ ਦੀ ਮੋਹਰ? ਗੁਰੂ ਦੀ ਮੋਹਰ ਤੁਸੀਂ ਮਿਟਾਓ, ਗੁਰੂ ਦੀ ਮੋਹਰ ਨੂੰ ਪਕੜ ਕੇ ਤੁਸੀਂ ਖਿੱਚੋ, ਮਿਟਾਓ, ਤੇ ਫਿਰ ਵੀ ਤੁਸੀਂ ਗੁਰੂ ਸਿੱਖ, ਫਿਰ ਵੀ ਗੁਰਮਤੀ ਹੈ। ਇਹ ਮੈਂ ਇਸ ਵਾਸਤੇ ਕਹਿਣਾ, ਕਮਾਲ ਦੀ ਗੱਲ, ਜਿਸ ਦਾ ਗੁਰੂ ਗਿਆਨ, ਜਿਸ ਦਾ ਪ੍ਰਮਾਤਮਾ ਗਿਆਨ, ਗਿਆਨ ਗੁਰੂ ਆਤਮ ਉਪਦੇਸੋ, ਨਾਮ ਵਿਭੂਤ ਲਗਾਓ। ਇਹ ਕੌਮ ਦੁਨੀਆ ਦੀ ਸਭ ਤੋਂ ਸਿਆਣੀ ਕੌਮ ਹੋਣੀ ਚਾਹੀਦੀ ਸੀ। ਇਹ ਮਿਹਨਤੀ ਕੌਮ ਹੈ, ਮੰਨ ਲਿਆ। ਸ਼ਰਧਾਲੂ ਕੌਮ ਹੈ, ਮੰਨ ਲਿਆ। ਦਾਨੀ ਕੌਮ ਹੈ, ਮੰਨ ਲਿਆ। ਇਹ ਗਿਆਨੀ ਕੌਮ ਹੈ, ਕੋਈ ਮੰਨਣ ਨੂੰ ਤਿਆਰ ਨਹੀਂ। ਇਹ ਵੀ ਮੈਂ ਅਰਜ਼ ਕਰਦੇ ਹਾਂ, ਕੋਈ ਵੀ ਮੰਨਣ ਨੂੰ ਤਿਆਰ ਨਹੀਂ। ਹਿੰਦੁਸਤਾਨ ਦੇ ਵਿੱਚ ਕਹਾਵਤ ਹੈ, ਇਹ ਮੈਦਾਨ ਜੰਗ ਦੇ ਵਿੱਚ ਕਾਮਯਾਬ ਨੇ, ਇਹ ਵਿਆਪਾਰਕ ਦੁਨੀਆ ਦੇ ਵਿੱਚ ਵੀ ਕਾਮਯਾਬ ਨੇ, ਇਹ ਪਰਉਪਕਾਰੀ ਦੁਨੀਆ ਦੇ ਵਿੱਚ ਵੀ ਕਾਮਯਾਬ ਨੇ, ਪਰ ਟੇਬਲ ਟਾਕ ਦੇ ਵਿੱਚ, ਵਿਚਾਰ ਵਟਾਂਦਰੇ ਦੇ ਵਿੱਚ ਬਿਲਕੁਲ ਅਸਫਲ ਨੇ, ਕੋਈ ਕਾਮਯਾਬ ਨਹੀਂ। ਇਹਨਾਂ ਨੂੰ ਵਿਚਾਰ ਵਟਾਂਦਰਾ ਕਰਨਾ ਆਉਂਦਾ ਹੀ ਨਹੀਂ, ਵਿਚਾਰ ਦਾ ਆਦਾਨ ਪ੍ਰਦਾਨ ਆਉਂਦਾ ਹੀ ਨਹੀਂ, ਇੰਝ ਕਹਿੰਦੇ ਨੇ। ਔਰ ਜਿਸ ਸਿਆਣੇ ਬੰਦਿਆਂ ਨੇ ਕਿਹਾ, ਔਰ ਜਿਹੜੇ ਮੇਰੇ ਸਾਹਮਣੇ ਸਬੂਤ ਰੱਖ ਦਿੱਤੇ, ਕਹਿਣ ਲੱਗੇ ਦੱਸੋ ਇਹ ਕੋਈ ਵਿਚਾਰ ਕਰ ਸਕਦਾ ਹੈ? ਤਾਂ ਮੈਨੂੰ ਚੁੱਪ ਰਹਿਣਾ ਪਏਗਾ। ਕੀ ਆਖੀ? ਗੁਰਦੁਆਰਿਆਂ ਦੀਆਂ ਤਸਵੀਰਾਂ ਪੇਸ਼ ਕੀਤੀਆਂ, ਇਹ ਕੁਛ ਗੁਰਦੁਆਰਿਆਂ 'ਚ ਹੁੰਦਾ ਹੈ, ਕਿ ਚੁੱਪ ਰਹਿਣਾ ਪਏਗਾ। ਹੁਣ ਬਹੁਤਾ ਬੋਲੀਏ ਤੇ ਆਪਣੇ ਆਪ ਦਾ ਨੰਗੇਜ ਜਗਤ ਦੇ ਸਾਹਮਣੇ ਰੱਖਣਾ ਹੈ। ਗੁਰੂ ਗਿਆਨ ਹੈ, ਪਰਮਾਤਮਾ ਗਿਆਨ ਹੈ, ਸਿੱਖ ਅਗਿਆਨੀ ਨਹੀਂ ਚਾਹੀਦਾ, ਕਿਉਂਕਿ ਇਹਦਾ ਤੇ ਇਸ਼ਟ ਹੀ ਗਿਆਨੀ ਹੈ, ਇਹਦਾ ਤੇ ਰੱਬ ਹੀ ਗਿਆਨ ਹੈ, ਇਹਦਾ ਤੇ ਗੁਰੂ ਹੀ ਗਿਆਨ ਹੈ। ਗਿਆਨ ਗੁਰੂ ਆਤਮ ਉਪਦੇਸੋ, ਨਾਮ ਵਿਭੂਤ ਲਗਾਓ। तो धन गुरु गोबिंद सिंह जी महाराज फरमान करते ने, वो जो परमात्मा है काल चिंतन तो उच्चा है, क्यों? अकाल है। इसे नूं धन गुरु अमरदास जी महाराज का फरमान, एक पंक्ति सामने आ रही है मेरे पाठी सिंघां नूं चेते होवेगी। गुरु ग्रंथ साहब का जिन्होंने लड़ीवार पाठ किया उन्होंने सामने पंक्ति आई होवेगी, काल जाल जम जो हो न साखे, सच का पंथा थाठियो। काल दा जाल साडे ते पै ही नहीं सकता, सानू नहीं वेख सकता। असी काल दे जाल दे च नहीं हाँ, असी समय दे फंदे दे च फसे हुए नहीं हाँ, असी समय दी पकड़ दे च नहीं हाँ। समय चो निकल गए, समा साडी वरतों नहीं कर सकता, समा सानू इस्तेमाल नहीं कर सकता। साडी दुनिया च समा खत्म हो गया।
ਕਹਿੰਦੇ ਨੇ ਇੱਕ ਪਰਮਾਤਮਾ ਦੇ ਸਮਾਂ ਨਹੀਂ ਹੈ, ਇੱਕ ਜੋ ਪਰਮਾਤਮਾ ਨਾਲ ਜੁੜ ਗਿਆ ਉਹਦੇ ਸਮਾਂ ਨਹੀਂ ਹੈ। ਇਸ ਵਾਸਤੇ ਪਰਮਾਤਮਾ ਨੂੰ ਗੁਰੂ ਨਾਨਕ ਨੇ ਕਿਹਾ ਅਕਾਲ ਮੂਰਤ, ਮੂਰਤੀਮਾਨ ਹੈ ਪਰ ਸਮੇਂ ਵਿੱਚ ਨਹੀਂ ਹੈ। ਕਿਉਂਕਿ ਸਾਰੀਆਂ ਮੂਰਤੀਆਂ ਨੂੰ ਸਮਾਂ ਜਨਮ ਦਿੰਦਾ ਹੈ, ਸਮਾਂ ਜੀਵਨ ਦਿੰਦਾ, ਸਮਾਂ ਖਾ ਜਾਂਦਾ ਹੈ। ਬੋਲਣ ਨੂੰ ਤੇ ਅਸੀਂ ਵੀ ਕਹਿ ਦਿੰਦੇ ਹਾਂ ਸਭ ਸਮੇਂ ਦੀ ਖੇਡ ਹੈ ਜੀ, ਵਕਤ ਦੀ ਖੇਡ ਹੈ, ਪਰ ਕਤਈ ਵਕਤ ਨੂੰ ਵੇਖਣ ਦੀ ਕੋਸ਼ਿਸ਼ ਨਹੀਂ ਕੀਤੀ, ਵਰਨਾ ਵਕਤ ਦੀ ਗ੍ਰਿਫਤ ਦੇ ਚ ਅਸੀਂ ਨਾ ਆਉਂਦੇ, ਵਕਤ ਦੀ ਪਕੜ ਦੇ ਚ ਅਸੀਂ ਨਾ ਆਉਂਦੇ, ਸਮੇਂ ਦੀ ਕੈਦ ਦੇ ਚ ਅਸੀਂ ਨਾ ਆਉਂਦੇ। ਹਰ ਮਨੁੱਖ ਸਮੇਂ ਦੀ ਕੈਦ ਦੇ ਚ ਹੈ। ਧੰਨ ਗੁਰੂ ਨਾਨਕ ਦੇਵ ਜੀ ਦੇ ਵਾਕ, ਜਾਲੀ ਰੈਨ ਜਾਲ ਦਿਨ ਹੋਆ, ਦਿਨ ਆਇਆ ਜਾਲ ਹੈ ਫਸੇ ਹੋਇਆ, ਸਾਨੂੰ ਵਰਤ ਲੈਂਦਾ ਹੈ। ਰਾਤ ਆਈ ਹੈ ਜਾਲ ਹੈ, ਫਸ ਗਏ, ਸਾਨੂੰ ਵਰਤ ਲੈਂਦੀ ਹੈ। ਜੇਤੀ ਘੜੀ ਫਾਈ ਤੇਤੀ, ਦਿਨ ਰਾਤ ਦੀਆਂ ਜਿਤਨੀਆਂ ਘੜੀਆਂ ਨੇ ਫਾਈਆਂ ਨੇ। ਰਸ ਰਸ ਚੋਗ ਚੁਗੇ ਨਿਤ ਫਾਸੇ, ਇੱਕ ਇੱਕ ਘੜੀ ਦੇ ਤਰ੍ਹਾਂ ਤਰ੍ਹਾਂ ਦੇ ਰਸ, ਕਿਸੇ ਵਕਤ ਕੋਈ ਰਸ ਚਾਹੀਦਾ, ਕਿਸੇ ਵਕਤ ਕੋਈ ਰਸ ਚਾਹੀਦਾ, ਕਿਸੇ ਵਕਤ ਕੋਈ ਰਸ ਚਾਹੀਦਾ। ਹਰ ਘੜੀ ਦੁਨਿਆਵੀ ਰਸ ਵਿੱਚ ਮਨੁੱਖ ਨੂੰ ਐਸਾ ਫਸਾ ਕੇ ਰੱਖਦੀ ਹੈ ਫਾਈਆਂ। ਰਸ ਰਸ ਚੋਗ ਚੁਗੇ ਨਿਤ ਫਾਸੇ, ਛੂਟਸ ਮੂੜੇ ਕਮਨ ਗੁਣੀ। ਇੱਥੇ ਗੁਰੂ ਨਾਨਕ ਕਹਿੰਦੇ ਨੇ ਮੂੜੇ, ਐ ਮੂਰਖ ਕਿਸ ਤਰ੍ਹਾਂ ਛੁੱਟੇਗਾ, ਕਿਵੇਂ ਛੁੱਟੇਗਾ? ਇੱਕ ਤੇ ਜਾਲ ਪਿਆ, ਫਿਰ ਤੂੰ ਫਾਈ 'ਚ ਵੀ ਫਸਿਆ, ਇੱਕ ਤੇ ਫਾਈ ਦੇ 'ਚ ਫਸਿਆ, ਉੱਪਰ ਜਾਲ ਪਿਆ। ਕਾਲ ਜਾਲ ਜਮ ਜੋ ਹੋ ਨਾ ਸਾਕੇ, ਮਹਾਰਾਜ ਕਹਿੰਦੇ ਨੇ ਕਾਲ ਦਾ ਜਾਲ ਜਿਸ ਦੇ ਹੱਥ ਦੇ 'ਚ ਹੈ, ਸਾਨੂੰ ਨਹੀਂ ਵੇਖ ਸਕਦਾ, ਇਹ ਜਾਲ ਸਾਡੇ ਤੇ ਨਹੀਂ ਪੈ ਸਕਦਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਅਕਾਲ ਹੈ ਅਜਾਲ ਹੈ, ਇਹ ਪਰਮਾਤਮਾ ਤੂੰ ਅਕਾਲ ਹੈ, ਤੇਰੇ ਉੱਪਰ ਕਾਲ ਦਾ ਜਾਲ ਨਹੀਂ ਹੈ, ਅਜਾਲ ਹੈ। ਹੁਣ ਜੇ ਵਾਕਈ ਤੂੰ ਕਾਲ ਦੇ ਜਾਲ ਦੇ 'ਚ ਨਹੀਂ, ਅਜਾਲ ਹੈ, ਤਾਂ ਥੋੜੀ ਜੀਆਂ ਕਾਲ ਦੀ ਵਿਆਖਿਆ ਕਰੀਏ। ਇਹਨੂੰ ਕਹਿੰਦੇ ਨੇ ਕਾਲ ਚਿੰਤਨ। ਔਰ ਕਾਲ ਚਿੰਤਨ ਉਦੋਂ ਸਫਲ ਹੋ ਜਾਂਦਾ ਹੈ ਜਦ ਕਾਲ ਚਿੰਤਨ ਅਕਾਲ ਚਿੰਤਨ ਬਣ ਜਾਏ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤੇ ਆਪਣੀ ਅਜ਼ੀਮ ਰਚਨਾ ਦਾ ਨਾਂ ਹੀ ਰੱਖਿਆ ਅਕਾਲ ਉਸਤਤ। ਉਹਦੀ ਮਹਿਮਾ ਜੋ ਸਮੇਂ ਦੇ 'ਚ ਨਹੀਂ ਹੈ, ਵਕਤ ਦੇ 'ਚ ਨਹੀਂ ਹੈ। ਔਰ ਉਸੇ ਦਾ ਜ਼ਿਕਰ ਜਾਪ ਸਾਹਿਬ ਦੇ 'ਚ ਕਰ ਦਿੱਤਾ ਹੈ। ਅਕਾਲ ਹੈ ਅਜਾਲ ਹੈ, ਅੱਲਾ ਹੈ ਅੱਜਾ ਹੈ। ਕਾਲ ਚਿੰਤਨ, ਸਮੇਂ ਦਾ ਚਿੰਤਨ। ਸਮੇਂ ਨੂੰ ਵਿਦਵਾਨਾਂ ਨੇ 3 ਧਾਰਾਵਾਂ ਦੇ 'ਚ ਵੰਡਿਆ ਹੈ, ਮਾਜ਼ੀ, ਹਾਲ, ਮੁਸਤਕਬਿਲ, ਭੂਤ, ਭਵਿਸ਼, ਵਰਤਮਾਨ। ਲੰਘ ਗਿਆ ਭੂਤਕਾਲ, ਆਉਣ ਵਾਲਾ ਭਵਿਸ਼, ਜਿਸ ਵਿੱਚ ਜੀ ਰਹੇ ਹਾਂ ਵਰਤਮਾਨ। 3 ਨੇ। ਪਰਮਾਤਮਾ ਨੂੰ ਕਹਿੰਦੇ ਨੇ ਉਹ ਤ੍ਰੈ ਕਾਲ ਦਰਸੀ ਹੈ, 3 ਕਾਲਾਂ ਨੂੰ ਵੇਖਣ ਵਾਲਾ ਹੈ, 3 ਕਾਲਾਂ ਦੇ ਵਿੱਚ ਨਹੀਂ ਹੈ। ਇਸ ਵਾਸਤੇ ਅਸੀਂ ਇਹ ਨਹੀਂ ਕਹਿ ਸਕਦੇ ਪਰਮਾਤਮਾ ਭੂਤਕਾਲ ਦੀ ਘਟਨਾ ਹੈ, ਨਹੀਂ ਕਹਿ ਸਕਦੇ। ਪਰਮਾਤਮਾ ਭਵਿਸ਼ ਦੀ ਸੰਭਾਵਨਾ ਹੈ, ਐਸਾ ਨਹੀਂ ਕਹਿ ਸਕਦੇ। ਐਸਾ ਨਹੀਂ ਕਹਿ ਸਕਦੇ ਪਰਮਾਤਮਾ ਹੋਇਆ ਸੀ, ਨਹੀਂ ਕਹਿ ਸਕਦੇ। ਅਸੀਂ ਕਹਿ ਸਕਦੇ ਹਾਂ ਸਾਡੀ ਮਾਤਾ ਹੈਗੀ ਸੀ, ਅੱਜ ਤੇ ਕੋਈ ਨਹੀਂ। ਦਾਦਾ ਹੈਗਾ ਸੀ, ਅੱਜ ਤੇ ਨਹੀਂ ਹੈ। ਕੋਈ ਕਹਿ ਸਕਦਾ ਹੈ ਸ਼ਾਇਦ ਪੋਤਰਾ ਹੋਵੇਗਾ, ਅੱਜ ਤੇ ਨਹੀਂ ਹੈ। ਪੁੱਤਰ ਹੋਵੇਗਾ, ਅੱਜ ਤੇ ਨਹੀਂ ਹੈ। ਐਸਾ ਅਸੀਂ ਨਹੀਂ ਕਹਿ ਸਕਦੇ ਪਰਮਾਤਮਾ ਹੈਗਾ ਸੀ, ਅੱਜ ਨਹੀਂ ਹੈ। ਇੰਜ ਨਹੀਂ ਕਹਿ ਸਕਦੇ। ਮਾਂ ਬਾਪ ਬਾਰੇ ਕਹਿ ਸਕਦੇ ਹਾਂ। ਬਾਬਾ ਫਰੀਦ ਹੀ ਕਹਿ ਰਹੇ ਨੇ, ਫਰੀਦਾ ਕਿੱਥੇ ਤੈਡੇ ਮਾਪਿਆਂ, ਜਿੰਨੀ ਤੂੰ ਜਣਿਆ। ਜਿਨ੍ਹਾਂ ਨੇ ਤੈਨੂੰ ਜਨਮ ਦਿੱਤਾ ਕਿੱਥੇ ਨੇ? ਅੱਜ ਤੇ ਕੋਈ ਨਹੀਂ। ਕੱਲ ਤੇ ਹੈ ਸਨ, ਅੱਜ ਤੇ ਕੋਈ ਨਹੀਂ। ਇਸ ਨੂੰ ਪੂਰਨ ਖੁਲਾਸੇ ਦੇ ਰੂਪ ਵਿੱਚ ਤਾਂ ਮੈਂ ਫਿਰ ਬਿਆਨ ਕਰਾਂਗਾ, ਜੋ ਹੈ ਤੇ ਨਹੀਂ ਹੋ ਜਾਂਦਾ,
कि जो नहीं है तो है हो जाता है। बस इसे नूं माया कहते हैं, इसे नूं हवा कहते हैं। खुलासा किसी वक्त फिर, कल ते है सन अज नहीं, कल ते पिता है सी अज नहीं, कल ते दादा है सी अज नहीं, अज ते पुत्र नहीं है, अज ते पोतरा नहीं है, शायद कल हो रहे, अज ते नहीं है। एक मोटा उदाहरण मैं दे रहा, तो परमात्मा भविष्य की संभावना नहीं कि होवेगा, परमात्मा भूतकाल की घटना नहीं कि परमात्मा हैगा सी, नहीं कह सकते ऐसा। अकाल, तो अकाल दे च वर्तमान भी नहीं आता, यह भी मैं अर्ज करते हैं। इस वास्ते कह दिता है परमात्मा वर्तमान दे च भी नहीं है। ये गल वखरी है कि जद भी झलक किसी को मिलेगी परमात्मा की वर्तमान दे चो मिलेगी, भूतकाल दे चो नहीं मिलेगी, भविष्य दे चो नहीं मिलेगी झलक थोड़ी बहुत वर्तमान दे च। और झलक मिलदियां जैसे लीन हो जाएगा तो वर्तमान भी मिट जाएगा, खत्म हो जाएगा। हो सकता है थोड़े विचों कोई ऐसे अभ्यासी हो, मैं ये नहीं कहता नहीं हैगे ने, मैं रूहे जमीन ते ऐसा कोई शहर नहीं देखा जिथे कोई अभ्यासी नहीं है। अज तक तो मैनू कोई ऐसा शहर नहीं दिखाई दिता जिथे कोई रब्बी लगन, रब्बी रस, रब्बी तड़प या रब्बी पहुंच वाले मनुख ना हो। जिस दिन नहीं होंगे मेरे ख्याल दुनिया नहीं रहेगी, है कि नहीं? पर इतने थोड़े हैं न विरले, ना हिन घड़े। मैं कल की गल फिर सुना दें। महात्मा बुद्ध अपने चचेरे भरा आनंद नूं कहंदे ने, ऐ आनंद, बहुत वड्डी भीड़ दे कोई चंगे मनुख नहीं आउंदे, और चंगे मनुखां दी कतई भीड़ नहीं होई, कतई भीड़ नहीं, टावा टावा कला किधरे कत। बहुत वड्डी भीड़ दे कोई चंगे मनुख नहीं आउंदे। पहाड़ां ते चले गए भीड़ मिल जाएगी, गीटियां दी, पत्थरां दी, हीरियां दी भीड़ नहीं मिलेगी। तो खोदना पेगा किधरे कद हथ आया ते आया, भीड़ नहीं लभेगी। गीटियां पत्थरां दी भीड़ है। ये ते बहुत ने, ये ते बहुत ने, हैं न विरले, हैं ते सही पर बहुत थोड़े, बहुत थोड़े, बहुत थोड़े। और कई दफा वो थोड़े भी गुप्त। क्यों गुप्त? किस कारण करके ने? वो किधरे बोरे च बैठे ने, गुफा च बैठे ने, कतई नहीं, जगत नूं समझ नहीं। एक बच्चे नूं की पता है जवानी की आउंदी है, और एक जवान नूं की पता है बुढ़ेपा की आउंदा है, बुढ़े हो के पता चलता है बुढ़ेपा की है। और एक बुढ़े नूं की पता है मौत की आउंदी है, मर के ही पता चलता है मौत की आउंदी है। इस चक्कर च ना पैना, अगले के च खबर ना पाई, अगे दी कोई समझ नहीं है मनुख। मैं एक दफा फिर दोहरावां, एक बच्चे नूं की पता है जवानी की आउंदी है, जवान बन के पता चलता है जवानी की आउंदी है। एक जवान नूं की पता है बुढ़ेपा की आउंदा है, बुढ़े होके पता चलता है बुढ़ेपा की है। और एक बुढ़े नूं की पता है मौत की आउंदी है, मर के पता चलता है मौत की है। दूजे दी मौत नाल कख नहीं पता चलता। बुढ़िया नूं वेख के बुढ़ेपे दा नहीं पता चलता, कुछ भी नहीं पता चलता। बुढ़े दिखाई दे रहे हैं पर बुढ़ेपा की है, ये तो बुढ़े होके ही पता चलता है, मुझे नहीं। जवान दिखाई दे रहे हैं बच्चे नूं, पर जवानी की आउंदी है कख नहीं पता। ये तो जवान बन के पता चलता है जवानी की आउंदी है। लाशां दिखाई दे रही हैं, कबरां दिखाई दे रही हैं, अर्थियां उठदियां घर घर चो दिखाई दे रही हैं। ये तो मर के ही पता चलता है मौत की आउंदी है, उंज नहीं पता चलता, कुछ भी नहीं पता चलता। ये तो गुरमुख बन के ही पता चलता है गुरमुखताई की आउंदी है। संत बन के ही पता चलता है संतपना की है। परमात्मा का स्वरूप होके ही पता चलता है परमात्मा की है। ए वड ऊंचा होवे कोय, तिस ऊंचे को जाने सोए। ये तो इंज कह सकते हैं एक बच्चे नो, ए वड ऊंचा होवे कोय, जवान वर्गा होएगा तेन पता चल जाएगा जवानी की है, अजे तो नहीं। और एक जवान नू कह सकते हैं ए वड ऊंचा होवे कोय,
बुढ़ा हो जाएगा तेन पता चल जाएगा बुढ़ेपा की आउंदा है, अजे तो नहीं। मर के पता चल जाएगा मौत की आउंदी है, अजे तो नहीं। जपदियां अभ्यास करदियां जिस दिन तू रब वर्गा हो गया तेन पता चल जाएगा रब की है, परमात्मा की है। उंज तो नहीं, कख नहीं पता चलेगा। लोकी जो फैसला करते हैं फलाने बहुत वड्डे संत ने, महान संत ने, और सब फैसला वही करते हैं जिमें बच्चा कोई जवाना के बारे फैसला करे, तो जिमें जवान कोई बुढ़िया बारे फैसला करे, तो जिमें कोई बुढ़ा मरिया होया बारे फैसला करे। अगली किच खबर ना, अगे अगे की समझ नहीं आती मन को।